ਇੱਕ ਬਹੁਤ ਹੀ ਇਮਾਨਦਾਰ ਅਤੇ ਸੱਚੀ ਸੁੱਚੀ ਸ਼ਖਸੀਅਤ ਦੇ ਮਾਲਕ ਕੈਪਟਨ ਗੁਰਨਾਮ ਸਿੰਘ ਕਾਹਲੋਂ ਪਿਛਲੇ ਦਿਨੀ ਆਪਣੇ ਸਵਾਸਾਂ ਦੀ ਪੂੰਜੀ ਨੂੰ ਖਰਚਦੇ ਹੋਏ ਪਰਮਾਤਮਾ ਦੇ ਚਰਨਾਂ ਵਿੱਚ ਜਾ ਬਿਰਾਜੇ। ਉਹਨਾਂ ਦੀ ਯਾਦ ਵਿੱਚ ਇੱਕ ਧਾਰਮਿਕ ਸਮਾਗਮ ਦਾ ਆਯੋਜਨ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ, ਜਿਨ੍ਹਾਂ ਵਿੱਚ ਸਰਦਾਰਨੀ ਹਰਵੰਤ ਕੌਰ, ਸਰਦਾਰ ਸੁਖਚੈਨ ਸਿੰਘ, ਸਰਦਾਰ ਸਰਜੋਤ ਸਿੰਘ, ਤੇਜ ਪ੍ਰਤਾਪ ਸਿੰਘ, ਲਵਰੀਤ ਸਿੰਘ ਅਤੇ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਗੁਰਦੁਆਰਾ ਸਾਹਿਬ ਪਿੰਡ ਵਡਾਲਾ ਬਾਂਗਰ ਗੁਰਦਾਸਪੁਰ ਵਿਖੇ ਕਰਵਾਇਆ ਗਿਆ, ਜਿਸ ਵਿੱਚ ਰਾਗੀ ਸਿੰਘਾਂ ਵੱਲੋਂ ਕੀਰਤਨ ਦੀ ਹਾਜ਼ਰੀ ਲਗਵਾਈ ਅਤੇ ਆਈਆਂ ਹੋਈਆਂ ਸਮੂਹ ਸੰਗਤਾਂ ਨੂੰ ਉਸ ਪਰਮ ਪਿਤਾ ਪਰਮਾਤਮਾ ਦੇ ਚਰਨਾਂ ਨਾਲ ਜੋੜਿਆ। ਕੈਪਟਨ ਗੁਰਨਾਮ ਸਿੰਘ ਕਾਹਲੋਂ ਜੀ ਦਾ ਜਨਮ ਪਿੰਡ ਵਡਾਲਾ ਬਾਂਗਰ ਵਿਖੇ ਪਿਤਾ ਮਾਸਟਰ ਤਾਰਾ ਸਿੰਘ ਜੀ ਹੁਣਾਂ ਦੇ ਘਰ ਮਾਤਾ ਸੰਪੂਰਨ ਕੌਰ ਹੁਣਾਂ ਦੀ ਕੁੱਖੋਂ 22 ਜੂਨ 1942 ਨੂੰ ਹੋਇਆ। ਆਪ ਜੀ ਹੁਣੀ 4 ਭਰਾ ਅਤੇ 2 ਭੈਣਾਂ ਵਿੱਚੋਂ ਸਭ ਤੋਂ ਛੋਟੇ ਸਨ। ਆਪ ਜੀ ਬਚਪਨ ਤੋਂ ਹੀ ਬਹੁਤ ਹੀ ਹੋਣਹਾਰ ਪ੍ਰਤਿਭਾ ਦੇ ਮਾਲਕ, ਸੁਘੜ ਅਤੇ ਸਿਆਣੇ ਸਨ। ਜਦੋਂ ਆਪ ਜੀ ਦੀ ਉਮਰ 6 ਮਹੀਨਿਆਂ ਦੀ ਹੀ ਸੀ ਤਾਂ ਆਪ ਜੀ ਦੇ ਪਿਤਾ ਜੀ ਮਾਸਟਰ ਤਾਰਾ ਸਿੰਘ ਜੀ ਹੁਣਾਂ ਦਾ ਦੇਹਾਂਤ ਹੋ ਗਿਆ ਅਤੇ ਪਰਿਵਾਰ ਦੀ ਪਾਲਣਾ ਪੋਸ਼ਣਾ ਦੀ ਜ਼ਿੰਮੇਵਾਰੀ ਆਪ ਜੀ ਦੀ ਮਾਤਾ ਜੀ ਮਾਤਾ ਸੰਪੂਰਨ ਕੌਰ ਹੁਣਾਂ ਦੇ ਕੰਧਿਆਂ ਤੇ ਆ ਪਈ ਅਤੇ ਆਪ ਜੀ ਹੁਣਾਂ ਦੀ ਸਾਰੇ ਭੈਣ ਭਰਾਵਾਂ ਦੀ ਪਾਲਣਾ ਪੋਸ਼ਣਾ ਆਪ ਜੀ ਦੇ ਮਾਤਾ ਜੀ ਨੂੰ ਬਹੁਤ ਹੀ ਔਖਿਆਂ ਹੋ ਕੇ ਕਰਨੀ ਪਈ। ਆਪ ਜੀ ਨੇ ਆਪਣੀ ਮੈਟ੍ਰਿਕ ਤੱਕ ਦੀ ਪੜ੍ਹਾਈ ਪੂਰੀ ਕੀਤੀ। ਉਪਰੰਤ ਆਪ ਜੀ 8 ਨਵੰਬਰ 1960 ਨੂੰ ਫੌਜ ਵਿੱਚ ਭਰਤੀ ਹੋ ਗਏ। ਫੌਜ ਵਿੱਚ ਭਰਤੀ ਹੋ ਕੇ ਆਪ ਜੀ ਨੇ ਆਪਣੀ ਨੌਕਰੀ ਨੂੰ ਬਹੁਤ ਹੀ ਮਿਹਨਤ, ਲਗਨ ਅਤੇ ਇਮਾਨਦਾਰੀ ਨਾਲ ਕੀਤਾ। ਆਪ ਜੀ ਨੇ ਸਨ 1962, 1965 ਅਤੇ 1971 ਵਿੱਚ ਹੋਣ ਵਾਲੀਆਂ ਲੜਾਈਆਂ ਵਿੱਚ ਹਿੱਸਾ ਲਿਆ। ਸਨ 1969 ਵਿੱਚ ਆਪ ਜੀ ਦਾ ਵਿਆਹ ਬੀਬੀ ਹਰਵੰਤ ਕੌਰ ਹੁਣਾਂ ਨਾਲ ਹੋਇਆ। ਵਿਆਹ ਉਪਰੰਤ ਚਾਹੇ ਆਪ ਜੀ ਦੀ ਨੌਕਰੀ ਬਹੁਤ ਸਖਤ ਸੀ, ਪਰ ਫਿਰ ਵੀ ਆਪ ਜੀ ਨੇ ਆਪਣੀਆਂ ਪਰਿਵਾਰਕ ਜ਼ਿੰਮੇਦਾਰੀਆਂ ਨੂੰ ਬਖੂਬੀ ਨਿਭਾਇਆ। ਆਪ ਜੀ ਦੇ ਘਰ 2 ਬੇਟਿਆਂ ਸੁਖਚੈਨ ਸਿੰਘ ਅਤੇ ਸਰਜੋਤ ਸਿੰਘ ਨੇ ਜਨਮ ਲਿਆ। ਆਪ ਜੀ ਨੇ ਆਪਣੇ ਬੱਚਿਆਂ ਨੂੰ ਖੂਬ ਚੰਗੇ ਸੰਸਕਾਰ ਦਿੱਤੇ, ਪੜਾਇਆ ਲਿਖਾਇਆ ਅਤੇ ਸਮਾਜ ਦੇ ਚੰਗੇ ਨਾਗਰਿਕ ਬਣਾਇਆ। ਅੱਜ ਆਪ ਜੀ ਦੇ ਵੱਡੇ ਬੇਟੇ ਸਰਦਾਰ ਸੁਖਚੈਨ ਸਿੰਘ ਜੀ ਜ਼ਿਲ੍ਹਾ ਗੁਰਦਾਸਪੁਰ ਵਿਖੇ ਬਤੌਰ ਜ਼ਿਲ੍ਹਾ ਖੇਡ ਅਫਸਰ ਪੰਜਾਬ ਖੇਡ ਵਿਭਾਗ ਵਿੱਚ ਤਾਇਨਾਤ ਹਨ ਅਤੇ ਆਪਣੀ ਡਿਊਟੀ ਨੂੰ ਬਹੁਤ ਹੀ ਇਮਾਨਦਾਰੀ ਨਾਲ ਨਿਭਾ ਰਹੇ ਹਨ, ਜਦੋਂ ਕਿ ਆਪ ਜੀ ਦੇ ਛੋਟੇ ਬੇਟੇ ਸਰਦਾਰ ਸਰਜੋਤ ਸਿੰਘ ਜੀ ਆਪਣਾ ਕਾਰੋਬਾਰ ਕਰ ਰਹੇ ਹਨ। ਕੈਪਟਨ ਗੁਰਨਾਮ ਸਿੰਘ ਕਾਹਲੋਂ ਸਨ 1991 ਵਿੱਚ ਫੌਜ ਤੋਂ ਰਿਟਾਇਰ ਹੋ ਕੇ ਵਾਪਸ ਆਪਣੇ ਜੱਦੀ ਪਿੰਡ ਵਡਾਲਾ ਬਾਂਗਰ ਵਿਖੇ ਆ ਕੇ ਰਹੇ ਅਤੇ ਇੱਥੇ ਆ ਕੇ ਆਪ ਜੀ ਨੇ ਖੇਤੀਬਾੜੀ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਨਾਲ ਹੀ ਆਪਣਾ ਬਿਜ਼ਨਸ ਸੈੱਟ ਕੀਤਾ ਅਤੇ ਉਹਨਾਂ ਦਾ ਸੈੱਟ ਕੀਤਾ ਬਿਜ਼ਨਸ ਹੀ ਅੱਜ ਉਹਨਾਂ ਦੇ ਬੇਟੇ ਸਰਦਾਰ ਸਰਜੋਤ ਸਿੰਘ ਜੀ ਚਲਾ ਰਹੇ ਹਨ। ਕੈਪਟਨ ਗੁਰਨਾਮ ਸਿੰਘ ਕਾਹਲੋਂ ਗਰੀਬਾਂ ਅਤੇ ਦੀਨ ਦੁਖੀਆਂ ਦੇ ਮਸੀਹਾ ਇਨਸਾਨ ਸਨ। ਆਪ ਜੀ ਹਮੇਸ਼ਾ ਹੀ ਹਰ ਇੱਕ ਦੀ ਮਦਦ ਲਈ ਤਿਆਰ ਬਰ ਤਿਆਰ ਰਿਹਾ ਕਰਦੇ ਸਨ। ਆਪ ਜੀ ਬਹੁਤ ਹੀ ਮਿੱਠੀ ਬੋਲੀ ਦੇ ਮਾਲਕ ਸਨ ਅਤੇ ਆਪਣੀ ਮਿੱਠੀ ਬੋਲੀ ਨਾਲ ਹਰ ਇੱਕ ਨੂੰ ਆਪਣੀ ਤਰਫ ਖਿੱਚਣ ਦੀ ਸ਼ਕਤੀ ਆਪ ਜੀ ਵਿੱਚ ਮੌਜੂਦ ਸੀ। ਆਪ ਜੀ ਪਰਮਾਤਮਾ ਦੇ ਘਰ ਪ੍ਰਤੀ ਸੱਚੇ ਸ਼ਰਧਾਵਾਨ ਸਨ। ਜਿੰਨੀ ਵੀ ਜ਼ਿੰਦਗੀ ਕੈਪਟਨ ਗੁਰਨਾਮ ਸਿੰਘ ਕਾਹਲੋਂ ਜੀ ਨੇ ਇਸ ਦੁਨੀਆ ਤੇ ਬਸਰ ਕੀਤੀ, ਆਪਣੀਆਂ ਅਮਿਟ ਯਾਦਾਂ ਛੱਡੀਆਂ ਅਤੇ ਪਰਮਾਤਮਾ ਦੇ ਘਰ ਨੂੰ ਰੁਖਸਤ ਹੋਏ।
कैप्टन गुरनाम सिंह जी धन धन अरदास पिछले कुछ समय तो जो स्वासा की पूरी को करके लोग तो परलोक गमन कर चुके हैं तिन्हां दे निमित्त परिवार वालों बह रखे गुरबाणी के अखंड जाप करवाए। परंतु मैं पिछले कीर्तन करी निर्माण जो गुरु घर मर्यादा तीजे गुरुदेव दुनिया के जो शरीर करके रुखसत लगे तो सिखा ने गुरुखा ने प्यारिया ने जहां की गल है दुनिया के रिश्ते नाते जो टूटते हैं जो एक बारी नदियां बहा विछोड़िया मेला संजोगी राम एक बारी जो घड़ा घड़ा स्नेह रूपी घड़ा स्वासा रूपी वो बूंदा जो ये निकलदियां हैं टूटता है फिर वो आकार नहीं मिलता। चाहे वो रिश्ता किसी भी उम्र का होवे वो रिश्ता किसी भी रुतबे का होवे। सो गुरुदेव जो शरीर करके रुखसत होने लगे थे प्यारिया ने सवाल किया कि महाराज की बनेगा सारा। गुरुदेव ने कलाम कलिसा के सानू हुक्म किया मर्यादा है केसों गोपाल पंडित सदियों हर कथा पढ़े कुरान की शरीर का जो शरीर रूपी भांडा टुटे के पिछों सानू गुरु नाल गुरबाणी नाल महाराज ने जोड़िया है। आनंद की अवस्था जन्म के भी आनंद साहब कारजां दे विच भी आनंद साहब आनंद की खेड बख्शी है कि बड़ी मर्यादा है। जदों ये जम्मन तो लैके सारी उम्र भोगन दे विच ये तमाम काम करते हैं फिर जो रुखसत होवे दुनिया तो जावे तो उदों भी गुरु के बाणे दे विच गुर शब्द नूं आधार बना के टेक बना करके उदों असीं क्यों क्योंकि सतगुरु जी समझाना करते हैं कि जदों मनुख के उत्ते मन करके ये दुख बनता है बड़ा गहरा दुख है। इस गहरे दुख नूं समझ रहा है जिन्हें तन ते जिन्हें घर दे विच ये विपता बनती है जिन्हें घर दे विच ये समा बनता है। सो गुरुदेव समझाते हैं कि जो मंदिर को थम थमन त्यों गुरु का शब्द बने रसमन टूटी हुई छत नूं गुरु पातशाह जी कहते हैं थमी का सहारा दे करके हिला दिया जाता है। तो जो मन टुटता है उदों दुनिया के कोई हीले कोई किसी का जवान पुत जा रहा है धी जा रही है उन्होंने पूछे कि तेनों कोई धन दौलत वाला आके तेरे नाल कोई सांझ बनावे तो तेन सिदकाऊगा। तेन कोई वड्डे तो वड्डा मंत्री आके कहे कि नहीं मैं तेरे नाल तेन सिदक नहीं हो सिदकाऊंगा। गुरुदेव समझाते हैं बार बार कि गुर शब्द तो बिना उस वेले इस मन का सहाय कोई नहीं होता। जाना सी सारे है जो आया सो चल सी सब कोई अनिवार्य है जिसके जी प्राण है कि साहिब मनो पसारी है। थोड़ा जहा पिछोकड़ बहुता नहीं जानता परिवार का। सुगुरु प्यारे सरदार सुखचैन सिंह की खेड अफसर पिछे मैं भी उत्थे सी जदों हॉस्पिटल एडमिट सन गुरु साहब ने कृपा की बड़े बड़े दुकान चों निकले सारे नगर वाले ने रीति दसते सन कि अरदासां कीतियां। सो जिन्नी स्वासां की पूरी सतगुरु जी ने ये लिख करके मरण लिखाए मंडल में आए साढ़े ये जी साहे की चिट्ठी जिवें विआहां च लिखी जाती है सतगुरु जी सोहला साहब की बाणी समझाते हैं। संबत साहा लिखिया मिलकर पाओ तेल देहो सजन असीसड़ियां जो हो वैसा सो मेल घर घर हो पहुंचा।
ਇਹ ਚਿੱਠੀ, ਇਹ ਮੌਤ ਦਾ ਫਰਮਾਨ, ਇਹ ਜਦੋਂ ਸਾਡੇ ਸਵਾਸ ਲਿਖੇ ਜਾਂਦੇ ਹਨ ਪਹਿਲਾਂ ਨਿਰਧਾਰਿਤ ਹੁੰਦਾ ਹੈ, ਫਿਰ ਪਹਿਲੋਂ ਦੇ ਕੇ ਰਿਜ਼ਕ ਸਬਾਹ ਪਾਤਸ਼ਾਹ ਕੀ ਇਹ ਜਰਜੂ ਪਾ, ਸਾਡਾ ਰਿਜ਼ਕ ਵੀ ਬਾਅਦ ਦੇ ਵਿੱਚ ਹੈ ਤੇ ਸਾਡੇ ਸਵਾਸ ਵੀ ਬਾਅਦ ਦੇ ਵਿੱਚ ਹਨ। ਪਹਿਲਾਂ ਮੌਤ ਦਾ ਦਿਨ ਮੁਕਰਰ ਹੁੰਦਾ ਹੈ। ਔਰ ਇਹ ਜਿਹੜਾ ਇੱਕ ਫਕੀਰ ਰੱਬ ਦੀ ਯਾਦ ਦੇ ਵਿੱਚ ਡੁੱਬਿਆ 5 ਵਕਤ ਦਾ ਨਮਾਜ਼ੀ, ਇੱਕ ਦਿਨ ਉਹਦੇ ਮਨ ਦੇ ਵਿੱਚ ਸਵਾਲ ਆਇਆ ਕਿ ਅਕਾਲ ਪੁਰਖ, हे ਪਰਵਰਦਗਾਰ ਅੱਲਾ, हे ਕਾਦਰੇ ਕੁਦਰਤ ਦੇ ਮਾਲਕ, ਦੁਨੀਆ ਦੇ तमाम ਕੰਮਾਂ ਦੇ ਵਿੱਚ ਇੱਕ ਦਿਨ ਦੀ ਛੁੱਟੀ ਹੈ, ਜਦੋਂ ਸਰਕਾਰੀ ਛੁੱਟੀਆਂ ਹੁੰਦੀਆਂ ਹਨ ਤੇ ਤੇਰੇ ਘਰ ਦਾ ਮੈਂ ਵਫਾਦਾਰ ਹਾਂ, ਤੇਰੀ ਬਣਦੀ ਕਰਦਾ ਹਾਂ। ਮੇਰਾ ਵੀ ਸਰੀਰ ਥੱਕ ਜਾਂਦਾ ਹੈ ਕਿ ਮੈਨੂੰ ਵੀ ਮੇਰੀ ਵੀ ਤੇ ਛੁੱਟੀ ਬਣਦੀ ਹੈ। ਜੋ ਉਹਦੇ ਮਨ 'ਚ ਵਿਚਾਰ ਸੀ ਕਿ ਨਾਲ ਦੇ ਘਰ ਤੋਂ ਦਸਤਕ ਹੋਈ ਕਿ ਫਲਾਣਾ ਸਰੀਰ ਚੜ੍ਹਾਈ ਕਰ ਗਿਆ ਹੈ, ਇਹ ਜਵਾਬ ਸੀ ਰੱਬ ਦਾ ਕਿ ਮੌਤ ਦਿਨ ਸਮਾਂ ਛੁੱਟੀ ਦਾ ਕੋਈ VIP, ਕੋਈ ਪੜ੍ਹਿਆ ਅਨਪੜ੍ਹਿਆ, ਵਿਦਵਾਨ ਮੂਰਖ ਉਹ ਵੇਖ ਕੇ ਨਹੀਂ ਆਉਂਦੀ। ਉੱਥੋਂ ਨੂੰ ਇਹ ਸਵਾਲ ਦਾ ਜਵਾਬ ਮਿਲਿਆ ਕਿ ਉਹਨੇ ਜਦੋਂ ਆਉਣਾ ਹੈ ਉਦੋਂ ਉਹਨੇ ਵੇਖਣਾ ਨਹੀਂ ਕਿ ਤੂੰ ਕੀ ਕਰ ਰਿਹਾ ਹੈ। ਸੋ ਅਸੀਂ ਸੁਚੇਤਤਾ ਦੇ ਵਿੱਚ ਰਹਿ ਕਰਕੇ ਗੁਰਸ਼ਬਦ ਦੇ ਵਰਤਾਰੇ ਵਿਚਰਦੇ ਹਾਂ, ਜਿੱਥੇ ਦੁਨੀਆ ਦੇ ਵਿੱਚ ਵਿਕਾਰ ਵਿਹਾਰ ਕਰਦੇ ਹਾਂ। ਗੁਰਸ਼ਬਦ ਨਾਲ ਖੇਡ ਸਾਂਝ ਬਣਾਉਣੀ ਹੈ। ਕਿਉਂਕਿ ਅਕਾਲ ਪੁਰਖ ਵਾਹਿਗੁਰੂ ਦੀ ਜਿਹੜੀ ਇਹ ਰਚਨਾ ਹੈ ਇੱਕ ਖੇਡ ਸਮਾਨ ਹੈ। ਮਾਨੋ ਸਮੁੰਦਰ ਦੇ ਤੱਟ ਦੇ ਉੱਤੇ ਮਾਂ ਪਿਓ ਬੱਚਿਆਂ ਨੂੰ ਜਿਹੜੇ ਸਮੁੰਦਰੀ ਤੱਟ ਦੇ ਨਜ਼ਦੀਕ ਲੋਕ ਰਹਿੰਦੇ ਹਨ, ਛੋਟੀਆਂ ਛੋਟੀਆਂ ਉਦਾਹਰਨਾਂ ਸਾਡੇ ਆਮ ਪਿੰਡਾਂ ਦੇ ਵਿੱਚ ਪਹਿਲਾਂ ਸੰਤ ਜੀ ਪਿੰਡਾਂ ਦੇ ਵਿੱਚ ਜੀਵਨ ਵਾਲੀਆਂ ਰੂਹਾਂ, ਅੱਜ ਦੇ ਸਮੇਂ ਉਹ ਚੀਜ਼ ਦੀ ਘਾਟ ਹੈ ਤਾਂ ਅਸੀਂ ਕਿਸੇ ਦੂਜੇ ਬੰਨੇ ਨੂੰ ਜਾ ਰਹੇ ਹਾਂ। ਸਾਡੇ ਮਨ ਦੇ ਵਿੱਚ ਜੋ ਵਿਕਾਰ ਅੱਜ ਬਣ ਚੁੱਕੇ ਹਨ, ਇਹਨਾਂ ਦਾ ਕਾਰਨ ਇਹ ਹੈ ਕਿ ਰੂਹ ਵਾਲੀਆਂ ਉਹ ਆਤਮਿਕ ਆਨੰਦ ਦੇ ਵਿੱਚ ਜਿਹੜੀਆਂ ਸਦਾ ਹੀ ਆਨੰਦ 'ਚ ਰਹਿੰਦੀਆਂ ਰੂਹਾਂ, ਅਸੀਂ ਉਹਨਾਂ ਦਾ ਕਿਤੇ ਨਾ ਕਿਤੇ ਘਾਟ ਕਰਕੇ ਅੱਜ ਅਸੀਂ ਉਸ ਗੱਲ ਤੋਂ ਬਹੁਤ ਪਛੜੇ ਹਾਂ। ਬਾਹਰੀ ਤੌਰ ਤੇ ਭਾਵੇਂ ਘਰ ਵੱਡੇ ਬਣ ਗਏ ਹਨ, ਸਾਡੇ ਕੋਲ ਗੱਡੀਆਂ ਹਨ, ਸਾਡੇ ਕੋਲ ਬ੍ਰੈਂਡ ਹਨ, ਸਾਡੇ ਬੱਚੇ ਵਿਦੇਸ਼ਾਂ ਦੇ ਵਿੱਚ ਹਨ, ਪਰ ਮਾਨਸਿਕ ਤੌਰ ਤੇ ਸ਼ਬਦ ਨਾਲੋਂ ਟੁੱਟੇ ਹੋ। ਸੰਤ ਜੀ ਸਮਝਾਉਣਾ ਕਰਦੇ ਸਨ, ਜਿਵੇਂ ਬੱਚੇ ਨੂੰ ਕੂੜਾ ਊਠ ਐੜਾ ਅੰਬ ਇਹ ਬਿੰਬ ਬਣਾ ਕੇ, ਚਿੱਤਰ ਬਣਾ ਕੇ ਕਿ ਬੱਚੇ ਦੀ ਮਤ ਅਨੁਕੂਲ ਹੈ। ਸੋ ਮਸਕੀਨ ਜੀ ਸਮਝਾਇਆ ਕਰਦੇ ਸਨ ਕਿ ਜੰਮਣ ਤੋਂ ਲੈ ਕੇ ਮਰਨ ਤੱਕ ਮਨੁੱਖ ਸਮਾਜਿਕ ਤੌਰ ਤੇ ਬਹੁਤ ਵਿਦਵਾਨ ਹੈ। ਪਿੰਡ ਦੀ ਪੰਚੀ ਸਰਪੰਚੀ ਕਰਕੇ ਵਿਦਵਾਨ ਹੈ। ਪਿੰਡ ਦੇ ਵਿੱਚ ਕੋਈ ਜਗ੍ਹਾ ਬਦਲਣੀ ਹੈ, ਕੋਈ ਕਬਜ਼ੇ ਕਰਨੇ ਹਨ, ਕੋਈ ਖੇਤੀ ਦੇ ਵਿੱਚ ਨਵੇਂ ਬੀਜ ਲਾਉਣੇ ਹਨ, ਕੋਈ ਪਰਿਵਾਰ ਦੇ ਵਿੱਚ ਜਾਇਦਾਰੀ ਕਰਨੀ ਹੈ ਜਾਂ ਕਿਸੇ ਰੁਤਬੇ ਤੇ ਹੈ ਤੇ ਬਹੁਤ ਵਿਦਵਾਨ ਹੈ। ਪਰ ਮਸਕੀਨ ਜੀ ਕਹਿੰਦੇ ਕਿ ਜਦੋਂ ਇਹ ਦੁਨੀਆ ਤੋਂ ਕੂਚ ਕਰਦਾ ਹੈ ਤੇ ਧਾਰਮਿਕ ਤਲ ਤੇ ਮੂਰਖ ਦਾ ਮੂਰਖ ਤੇ ਜੰਮਿਆ, ਮੂਰਖ ਦਾ ਮੂਰਖੇ ਜੀਵਿਆ ਤੇ ਮੂਰਖ ਦਾ ਮੂਰਖ ਇੱਕ ਦੁਨੀਆ ਤੋਂ ਚਲੇ ਜਾਂਦਾ ਹੈ। ਕਈ ਵਾਰੀ ਸਾਨੂੰ ਵੀ ਵਿਵਾਦਸ਼ਰ ਕਰਦੇ ਆ, ਭ੍ਰਮਣ ਕਰਦੇ ਆ, ਕਈ ਵੱਡੀ ਉਮਰ 'ਚ ਬਜ਼ੁਰਗ ਮਿਲਦੇ ਹਨ ਕਿ ਕੀ 60-70 ਸਾਲ ਦੀ ਉਮਰ ਤੇ ਕੀ ਸਾਨੂੰ ਨਿਤਨੇਮ ਕਰਨਾ ਚਾਹੀਦਾ ਹੈ। ਜਿਹੜੀ ਉਮਰ ਦੇ ਵਿੱਚ ਦਵਾਈਆਂ ਦੇ ਨਾਲ ਮਹਾਂ ਸਰੀਰ ਚੱਲਦਾ ਹੈ, ਉਸ ਹੁੰਦੇ ਕੋਈ ਸ਼ਬਦ ਦੀ ਗੱਲ ਕਰੇ ਤੇ ਇੱਥੋਂ ਮਾਨਸਿਕ ਬੁੱਧੀ ਦਾ ਪਤਾ ਲੱਗਦਾ ਹੈ। ਸੋ ਇੱਥੇ ਇੱਕ ਕਹਾਣੀ ਹੈ ਕਿ ਸਮੁੰਦਰੀ ਤੱਟ ਤੇ ਰਹਿਣ ਵਾਲਾ ਪਰਿਵਾਰ ਆਪਣੇ ਬੱਚਿਆਂ ਨੂੰ ਲੈ ਕਰਕੇ ਪਿਕਨਿਕ ਮਨਾਉਣ ਜਾ ਰਿਹਾ ਹੈ ਸਮੁੰਦਰ ਦੇ ਤੱਟ ਤੇ। ਇਹ ਸੰਸਾਰ ਕਿਵੇਂ ਖੇਡ ਹੈ ਤਾਂ ਖੇਡ ਦੇ ਵਿੱਚ ਪਰਮਾਤਮਾ ਨੂੰ ਇਸ ਖੇਡ ਤੋਂ ਕੀ ਮਿਲਦਾ ਹੈ, ਇਹਦੀ ਪਰਖਾਈ ਦੀ ਛੋਟੀ ਜਿਹੀ ਕਹਾਣੀ। ਬੱਚੇ ਬੜੀ ਖੁਸ਼ੀ ਦੇ ਨਾਲ ਮਾਪਿਆਂ ਦੇ ਨਾਲ ਸਮਾਨ ਪੈਕ ਦਾ ਪਿਕਨਿਕ ਮਨਾਉਣ ਜਾ ਰਹੇ ਹਨ। ਸਾਰਾ ਦਿਨ ਸਮੁੰਦਰ ਦੇ ਕੰਢੇ ਦੇ ਉੱਤੇ ਉਹਨਾਂ ਨੇ ਖਾਧਾ ਪੀਤਾ, ਰੋਇਤ ਦੇ ਘਰ ਬਣਾਏ। ਉਹ ਇੰਨੇ ਸੋਹਣੇ ਘਰ ਬਣਾਏ ਔਰ ਇੰਨੀ ਮਨਵਿਰਤੀ ਕਾਬੂ ਕਰਕੇ ਬਣਾਏ ਕਿ ਜਿਵੇਂ ਉਹਨਾਂ ਘਰਾਂ ਦੇ ਵਿੱਚ ਉਹਨਾਂ ਰਹਿਣਾ ਹੋਵੇ। ਸ਼ਾਮੀ ਜਦੋਂ ਸਮੁੰਦਰ ਦੇ ਸੂਰਜ ਢਲਿਆ, ਮਾਪਿਆਂ ਨੇ ਆਵਾਜ਼ ਮਾਰੀ ਕਿ ਬੱਚਿਓ ਚਲੋ ਹੁਣ ਆਪਾਂ ਘਰ ਨੂੰ ਜਾਣਾ ਹੈ, ਸ਼ਾਮ ਦਾ ਵੇਲਾ ਹੈ। ਜਿੰਨੀ ਉਹਨਾਂ ਆਨੰਦ ਦੀ ਅਵਸਥਾ 'ਚ ਘਰ ਬਣਾਏ, ਉਨੀ ਆਨੰਦ ਦੀ ਅਵਸਥਾ 'ਚ ਉਹਨਾਂ ਘਰਾਂ ਨੂੰ ਹੱਥਾਂ ਨਾਲ ਪੈਰਾਂ ਨਾਲ ਮਾਰ ਕੇ ਤੋੜਿਆ। ਤੇ ਉਹਨਾਂ ਦੇ ਇੱਥੇ ਗੱਲ ਇਹ ਹੈ ਕਿ ਨਾ ਘਰ ਬਣਾਉਣਾ ਉਹਨਾਂ ਦਾ ਕੋਈ ਪ੍ਰੋਪਰਟੀ ਗਿਣਤੀ ਦਾ ਕੰਮ ਸੀ, ਨਾ ਉਹਨਾਂ ਨੇ ਕੋਈ ਸਮੁੰਦਰ ਦੇ ਤੱਟ ਤੇ ਕੋਈ ਕਬਜ਼ਾ ਕਰਨਾ ਸੀ, ਨਾ ਉਹਨਾਂ ਨੇ ਕੋਈ ਇਹਦੇ ਵਿੱਚ ਉਹਦਾ ਲੋਭ ਸੀ, ਕੋਈ ਉਹਨਾਂ ਦਾ ਹੰਕਾਰ ਸੀ ਕਿ ਅਸੀਂ ਜਾਇਦਾਦ ਬਣਾ ਲਈਏ।
ਤੇ ਨਾ ਤੋੜਨ ਲੱਗਿਆ ਉਹਨਾਂ ਦੇ ਮਨ 'ਚ ਸੀ ਕਿ ਇਹ ਸਾਡੇ ਨਹੀਂ ਰਹਿਣੇ ਤੇ ਅਸੀਂ ਕਿਸੇ ਦੇ ਨਹੀਂ ਰਹਿਣ ਦੇਣੇ। ਘਰ ਬਣਾਉਣਾ ਵੀ ਖੇਡ ਤੇ ਘਰ ਤੋੜਨਾ ਵੀ ਖੇਡ। ਵਾਹਿਗੁਰੂ ਨੇ ਜਗ ਦੀ ਰਚਨਾ, ਜਗਤ ਦੀ ਰਚਨਾ ਇੰਦਾਂ ਕੀਤੀ ਹੈ। ਅਸੀਂ ਜਿਹੜਾ ਦੁੱਖ ਪਾਉਂਦੇ ਹਾਂ ਗੁਰਮਤਿ ਅਨੁਸਾਰ ਇਹ ਸਮਝ ਮਿਲਦੀ ਹੈ, ਇਹ ਮੋਹ ਕਰਕੇ, ਇਹ ਮੋਹ ਦਾ ਪਸਾਰਾ ਹੈ। ਜਿਉਂ ਜਿਉਂ ਮੋਹ ਦਾ ਪਸਾਰਾ ਵੱਧਦਾ ਹੈ ਤਿਉਂ ਤਿਉਂ ਸਾਡੀ ਜਿਹੜੀ ਪਕੜ ਹੈ ਉਹ ਜ਼ਿਆਦਾ ਹੋਣ ਕਰਕੇ ਜਦੋਂ ਜੀਵ ਹੁੰਦਾ ਹੈ ਉਦੋਂ ਇਹ ਦੁੱਖ ਪਾਉਂਦਾ ਹੈ। ਸਤਿਗੁਰੂ ਜੀ ਸਮਝਾਉਂਦੇ ਹਨ ਕਿ ਨਹੀਂ, ਜਾਗਰਤ ਸੋਇਆ ਜਨਮ ਗਵਾਇਆ। ਜਿਹਨੂੰ ਅਸੀਂ ਜਾਗਿਆ ਕਹਿੰਦੇ ਹਾਂ, ਗੁਰਮਤਿ ਦੇ ਅਨੁਸਾਰ ਅਸੀਂ ਸੁੱਤੇ ਹਾਂ। ਬੁੱਧ ਨਿਕਲਦਾ ਹੈ ਆਪਣੇ ਘਰ ਤੋਂ 15 ਸਾਲ ਦੀ ਉਮਰ, ਉਹਨੂੰ ਰੱਥ ਦੇ ਉੱਤੇ ਬਿਠਾ ਕੇ ਜਦੋਂ ਲੈ ਕੇ ਜਾਂਦੇ ਹਨ ਤੇ ਪਿਤਾ ਨੇ, ਰਾਜੇ ਦਾ ਪੁੱਤ ਸੀ ਮਹਾਤਮਾ ਬੁੱਧ, ਪਿਤਾ ਨੇ ਢਿੰਡੋਰਾ ਪਟਵਾਇਆ ਤੇ ਮੇਰੇ ਪੁੱਤ ਦਾ ਮਨ ਬੜਾ ਕੋਮਲ ਹੈ ਤੇ ਬੜੀ ਛੋਟੀ ਛੋਟੀ ਗੱਲ ਤੇ ਇਹ ਘਬਰਾ ਜਾਂਦਾ ਹੈ। ਸਾਰੇ ਨਗਰ 'ਚ ਢਿੰਡੋਰਾ ਪਟਵਾਇਆ ਕਿ ਜਦੋਂ ਮੇਰਾ ਪੁੱਤ ਰੱਥ ਤੇ ਨਿਕਲੇ, ਸਾਰਥੀ ਨੂੰ ਕਿਹਾ ਕਿ ਇਹਨੂੰ ਕੋਈ ਬਜ਼ੁਰਗ ਦਿਖਾਈ ਨਾ ਦੇਵੇ, ਇਹਨੂੰ ਕੋਈ ਤਨ ਤੋਂ ਰੋਗੀ ਦਿਖਾਈ ਨਾ ਦੇਵੇ, ਇਹਨੂੰ ਕਿਸੇ ਦੀ ਅਰਥੀ ਦਿਖਾਈ ਨਾ ਦੇਵੇ। ਉਹ ਢਿੰਡੋਰਾ ਸਾਰੇ ਪਿੱਟਿਆ ਗਿਆ। ਬੁੱਧ ਨਿਕਲਿਆ, ਖੁਦਾ ਦੀ ਬਰਖਾ ਹੋਈ, ਬੜਾ ਖੁਸ਼। ਬਾਹਰ ਜਦੋਂ ਰਾਜ ਦੇ ਵਿੱਚ ਗਿਆ, ਉਹਨੇ ਵੇਖਿਆ ਇੱਕ ਤਪ ਦੇ ਰੋਗ ਦੇ ਨਾਲ ਕੋਈ ਬੁਖਾਰ ਦੇ ਵਿੱਚ ਬੜਾ ਹੀ ਮਰੀਜ਼ ਧਾਹਾਂ ਮਾਰ ਰਿਹਾ ਸੀ। ਉਹਨੇ ਸਾਰਥੀ ਨੂੰ ਕਿਹਾ ਇਹ ਕੀ ਹੈ? ਸਾਰਥੀ ਕਹਿੰਦਾ ਮੈਨੂੰ ਰਾਜਨ ਦਾ ਹੁਕਮ ਹੈ ਕਿ ਮੈਂ ਤੁਹਾਨੂੰ ਇਹ ਨਾਮ ਦੱਸਾਂਗੀ ਕਿ ਮੇਰੀ ਨੌਕਰੀ ਹੈ। ਉਹਨੇ ਕਿਹਾ ਮੈਂ ਵੀ ਰਾਜਾ ਹਾਂ, ਜੇ ਤੂੰ ਮੈਨੂੰ ਨਹੀਂ ਦੱਸਦਾ ਤੇ ਮੈਂ ਵੀ ਤੈਨੂੰ ਨੌਕਰੀ ਤੋਂ ਕੱਢਾਂਗਾ। ਉਹਦੀ ਮਜਬੂਰੀ ਸੀ ਉਹਨੂੰ ਦੱਸਣਾ ਪਿਆ ਕਿ ਰਾਜਨ ਇਹ ਬਿਮਾਰੀ ਹੈ, ਤੁਸੀਂ ਜਵਾਨ ਹੋ, ਬਿਮਾਰੀ ਹਰ ਇੱਕ ਸਰੀਰ ਦੇ ਵਿੱਚ ਹੈ, ਪਤਾ ਨਹੀਂ ਕਦੋਂ ਉਹਨੇ ਨਿਕਲ ਆਉਣਾ ਹੈ। ਸੋ ਇਹ ਬਿਮਾਰ ਕਰਕੇ ਧਾਹਾਂ ਮਾਰ ਰਿਹਾ ਹੈ। ਤੂੰ ਕਹਿੰਦਾ ਕਿ ਮੈਂ ਵੀ ਬਿਮਾਰ ਹੋਵਾਂਗਾ। ਸਾਰਥੀ ਨੇ ਆਖਿਆ ਤੁਸੀਂ ਛੱਡ ਕੇ ਮੈਂ ਤੁਹਾਡੇ ਪਿਤਾ ਜੀ, ਚਾਹੇ ਕੋਈ ਜਿਹੜਾ ਮਰਜ਼ੀ ਕੋਈ ਹੁਕਮਤ ਦੇ ਵਿੱਚ ਬੜੀ ਸਮਝ ਰੱਖਦਾ ਉਹ ਵੀ ਬਿਮਾਰ ਹੋਏਗਾ। ਮਨ ਉੱਥੇ ਟੁੱਟਿਆ, ਮਨ ਜਾਗਿਆ, ਅੱਗੇ ਗਿਆ, ਸਰੀਰ ਡੁੱਬਾ, ਅੱਖਾਂ ਤੋਂ ਪਾਣੀ, ਅੱਖਾਂ ਡੂੰਘੀਆਂ, ਮੂੰਹ ਤੇ ਝੁਰੜੀਆਂ, ਲਾਠੀ ਦਾ ਸਹਾਰਾ ਤਾਂ ਬਜ਼ੁਰਗ ਨੂੰ ਵੇਖ ਕੇ ਆਖਿਆ ਇਹ ਕੀ ਹੈ? ਉਹਨੇ ਆਖਿਆ ਰਾਜਨ, ਹੌਲੀ ਹੌਲੀ ਸਰੀਰ ਜਦੋਂ ਢਲਦਾ ਹੈ ਤੇ ਇਹ ਚੌਥਾ ਪੜਾਅ ਹੈ, ਇਹ ਤੀਜਾ ਪੜਾਅ ਹੈ ਬਚਪਨਾ, ਜਵਾਨੀ, ਮੱਧ ਵਰਗ ਤੇ ਬੁਢੇਪੇ ਦੇ ਵਿੱਚ ਆ ਕਰਕੇ ਇਹ ਹਾਲਤ ਹੁੰਦੀ ਹੈ। ਤੇ ਕੀ ਇਹ ਬੁਢੇਪਾ ਮੈਨੂੰ ਵੀ ਆਏਗਾ ਕਿ ਮੇਰੀਆਂ ਅੱਖਾਂ ਵੀ ਤਾਂ ਡੂੰਘੀਆਂ ਹੋਣਗੀਆਂ? ਉਹਨੇ ਆਖਿਆ ਜੇ ਤੇ ਸਵਾਸਾਂ ਦੀ ਪੂੰਜੀ ਚੱਲਦੀ ਰਹੀ ਤੇ ਰਾਜਨ ਇਹ ਸਭ ਤੇ ਆਉਣਾ ਹੈ। ਇਹ ਜਿਹੜੀ ਅੱਜ ਸਟੋਰ ਤੋਂ ਛਾਤੀ ਜਾਂ ਤਨ ਲਈ ਫਿਰਦਾ ਹੈ ਜਾਂ ਮੈਂ ਨਹੀਂ ਫਿਰਦਾ ਹਾਂ, ਇੱਕ ਦਿਨ ਇਹਦੇ ਉੱਤੇ ਝੁਰੜੀਆਂ ਵੀ ਆਉਣੀਆਂ ਹਨ, ਇਹ ਅੱਖਾਂ ਵੀ ਡੂੰਘੀਆਂ ਹੋਣਗੀਆਂ ਹਨ। ਤੇ ਫਿਰ ਨਾਲ ਹੀ ਉਹਨੇ ਅਰਥੀ ਵੇਖ ਲਈ। ਉਹਨੇ ਆਖਿਆ ਕਿ ਉਹਨੇ ਆਖਿਆ ਇਹ ਅਗਲਾ ਬੜਾ ਹੈ ਮੌਤ ਦਾ। ਉਸ ਤੋਂ ਪਿੱਛੇ ਉਹਨੇ ਵੇਖਿਆ ਇੱਕ ਸੰਨਿਆਸੀ। ਉਹਨੇ ਆਖਿਆ ਇਹ ਕੌਣ ਹੈ? ਉਹ ਕਹਿਣ ਲੱਗਾ ਕਿ ਉਹ ਭਗਤੀ ਦੇ ਲੋਕ ਹਨ ਜਿਹੜੇ ਦੁਨੀਆ ਨੂੰ ਛੱਡ ਕੇ ਇਹਨਾਂ ਦੁੱਖਾਂ ਤੋਂ ਪਰੇ ਉਸ ਖੋਜ ਦੇ ਵਿੱਚ ਹਨ ਜਿਹਦੇ ਵਿੱਚ ਸਾਰੇ ਦੁੱਖ ਨਹੀਂ ਹਨ। ਰਾਜਾ ਨੇ ਆਖਿਆ ਇਹ ਲਾਓ ਲਸ਼ਕਰ ਜੋ ਮੇਰੇ ਨਾਲ ਭੇਜਿਆ, ਸਾਰੇ ਦਾ ਸਾਰਾ ਵਾਪਸ ਲੈ ਜਾ। ਅੱਜ ਤੋਂ ਬਾਅਦ ਮੈਂ ਘਰ ਨਹੀਂ ਆਵਾਂਗਾ। ਜਿਹੜੇ ਜੀਵਨ ਦੇ ਵਿੱਚ ਇਹ ਬਿਮਾਰੀਆਂ ਨਹੀਂ, ਜਿਸ ਜੀਵਨ ਦੇ ਵਿੱਚ ਇਹ ਬੁਢਾਪਾ ਨਹੀਂ, ਜਿਸ ਜੀਵਨ ਦੇ ਵਿੱਚ ਇਹ ਮੌਤ ਨਹੀਂ, ਜਿਸ ਦਿਨ ਮੈਨੂੰ ਜੀਵਨ ਲੱਭਿਆ, ਮੈਂ ਉਸ ਦਿਨ ਰਾਤ ਦੀ ਵਾਪਸੀ ਕਰਾਂਗਾ। ਪਰਮਾਤਮਾ ਦੀ ਵਿਸ਼ੇਸ਼ ਕਿਰਪਾ ਉਹਨਾਂ ਸਰੀਰਾਂ ਤੇ ਹੁੰਦੀ ਹੈ। ਰੋਜ਼ ਰੋਜ਼ ਅਸੀਂ ਵੀ ਦੇਖਦੇ ਹਾਂ, ਬਜ਼ੁਰਗ ਸਾਡੇ ਵੀ ਘਰਾਂ ਦੇ ਵਿੱਚ ਹਨ, ਮੌਤ ਅਸੀਂ ਵੀ ਦੇਖਦੇ ਹਾਂ। ਕਿੰਨਿਆਂ ਦੇ ਸਿਵੇ ਅਸੀਂ ਫੂਕੇ ਤੇ ਕਿੰਨਿਆਂ ਦੀਆਂ ਅਰਥੀਆਂ ਮੋਢੇ ਤੇ ਚੁੱਕੀਆਂ ਤੇ ਕਿੰਨਿਆਂ ਨੂੰ ਲਾਗੂ ਅਸੀਂ ਲਾਏ। ਪਰ ਗੁਰਮਤਿ ਦੇ ਅਨੁਸਾਰ ਜਾਗਰਤ ਸੋਇਆ ਜਨਮ ਗਵਾਇਆ। ਅਸੀਂ ਬੇਹੋਸ਼ੀ ਦੇ ਵਿੱਚ ਜੀ ਰਹੇ ਹਾਂ। ਬੁੱਧ ਦੇ ਉੱਤੇ ਕਿਰਪਾ ਹੋਈ, ਉਹ ਰਾਜੇ ਦਾ ਪੁੱਤ ਹੋ ਕੇ ਜਾਗ ਗਿਆ। ਕਿੱਥੋਂ ਜਾਗ ਗਿਆ? ਕਿ ਮੈਂ ਇਸ ਮੌਤ ਤੋਂ, ਮੈਂ ਇਸ ਬਜ਼ੁਰਗੀ ਤੋਂ, ਮੈਂ ਇਸ ਦਰਦ ਤੋਂ, ਦੁੱਖ ਤੋਂ
ਉੱਪਰ ਵਾਲਾ ਜੀਵਨ ਲੱਭਣਾ ਹੈ। ਤੇ ਜਦੋਂ 12 ਸਾਲ ਦੇ ਲੰਮੇ ਸਮੇਂ ਬਾਅਦ ਬੁੱਧ ਆਪਣੇ ਪਿਤਾ ਕੋਲ ਪਹੁੰਚਿਆ ਤੇ ਪਿਤਾ ਨੇ ਹੱਸ ਕੇ ਆਖਿਆ ਕਿ ਹੱਥ 'ਚ ਠੂਠਾ ਤੇ ਰਾਜੇ ਦਾ ਪੁੱਤ ਹੋ ਕੇ ਚੰਗੀ ਮੇਰੀ ਕੋਈ ਇੱਜ਼ਤ ਬਣਾਈ। ਬੁੱਧ ਤੋਂ ਕੀ ਪ੍ਰਾਪਤ ਕੀਤਾ ਹੈ ਜੇ ਲੰਮੇ ਸਮੇਂ ਤੇ ਬੁੱਧ ਦਾ ਜਵਾਬ ਸੀ ਕਿ ਹੱਸਦਿਆਂ ਬੁੱਧ ਨੇ ਆਖਿਆ ਕਿ ਜਿਹੜੀ ਗੁਰਬਤ ਮੈਂ ਤੈਨੂੰ ਦੇਖ ਰਿਹਾ ਹਾਂ ਤੇ ਜਿਹੜੀ ਅਮੀਰੀ ਮੇਰੇ ਕੋਲ ਹੈ ਤੈਨੂੰ ਦਿਖਾਈ ਨਹੀਂ ਦੇ ਰਹੀ, ਪਰ ਤੇਰਾ ਸਭ ਕੁਝ ਹੋ ਕੇ ਵੀ ਤੂੰ ਗਰੀਬ ਹੈ। ਇਹਦੇ ਵਿੱਚ ਦੁੱਖ ਹੈ ਰਾਜ ਦੇ ਚਲੇ ਜਾਣ ਦਾ, ਇਹਦੇ ਵਿੱਚ ਦੁੱਖ ਹੈ ਤਨ ਦੇ ਬੁਢਾਪੇ ਦਾ, ਇਹਦੇ ਵਿੱਚ ਦੁੱਖ ਹੈ ਤਨ ਦੇ ਮਰਨ ਦਾ, ਪਰ ਮੈਂ ਜਿਸ ਜੀਵਨ ਨੂੰ ਪ੍ਰਾਪਤ ਕਰਕੇ ਆਇਆ ਹਾਂ ਉਹ ਜੀਵਨ ਹੈ ਖੇੜੇ ਦਾ, ਆਨੰਦ ਦਾ। ਸੋ ਗੁਰੂ ਕਿਰਪਾ ਕਰੇ ਸਾਨੂੰ। गुरु साहब बार बार तकीद करते हैं कि एक ओंकार को लेकर के 18, 10, 20 तक जाना सी सारा है। पहली बारी गोविंद नाम मत बिसरे, गोविंद नाम मत बिसरे,
मने भया परगासा
पहुँचन हारा दूजा, अपने साहिब का प्रवासा। गुरपूरा पीटे वड भागी, मनै भया परगासा। कोई न पहुँचन हारा दूजा, अपने साहिब का प्रवासा। अपने सतगुर के बलहारा, आगे सुख पाशा सुख सहजा। कार आनंद हमारा रहाऊ, अंतर जामी करनी हारा। सोई खसम हमारा, निर्भय भय गुण चरनी लागे। एक राम नाम आधारा, सफल दर्शन काल मूर्त प्रभु ऐसी भुवन हारा। कंठ लगाए अपने जन राखे, अपनी प्रीत प्यारा। वड्डी वड्याई अचरज सुबा, कारज आया रासे। नानक को गुर पूरा भेटियो, सगले दुख विनासे। वड्डी वड्याई अचरज सुबा, कारज आया रासे। नानक को गुर पूरा भेटियो, सगले दुख विनासे। वाहिगुरु जी का खालसा, वाहिगुरु जी की फतेह। कैप्टन साहब सरदार गुरनाम सिंह जी कालों परमात्मा वालों बख्शे आज्ञा को के संसार यात्रा संपूर्ण करके कुछ रोज पहला परलोकगमन कर गए सन। उन्होंने की आत्मा की शांति वास्ते, रूह की कल्याण वास्ते सेवक परिवार ने धन धन श्री गुरु ग्रंथ साहब महाराज ने वाट चरण अपनी ग्रह की दुआ करके तुर की बाणी आई फिर सगली चिंत मिटाई ये खंड जाप करवाए सन। उपरंत गुरुद्वारा साहिब के पावन दरबार कल जो मैं कीर्तन प्रधाना गुरमुख जपिया लाए ध्याना के महावाक्या अनुसार कैप्टन सरदार गुरनाम सिंह की आत्मा की शांति वास्ते कुछ समय लिए इलाही बाणी का कीर्तन होया। सो सारे ने अरदास बेनती की है कि सतगुरु कैप्टन साहब दे रूह अपने चरणों में सदीवी काली निवास बख्शिश करना। पिछले परिवार के सिर से अपना मेरा भरिया हथ रख के भावना मनन का बल बख्शिश करना। परिवार में प्यार इतफाक सुख शांति तंदुरुस्ती बख्शिश करनी, चढ़ती कला करनी, हरमदान फतेह बख्शिश करनी। नरेश पुत्र बलजिंदर सिंह बजुमान और भी पहुंचे ने आदि भरी है। पातशाह कृपा करन रहमत करन सारी हाजरी का प्रवान करन। साहिब श्री गुरु ग्रंथ साहिब जी की हजूरी च अज के इस समागम में पर बैठी साध संगत जी फतेह बुलाओ। वाहिगुरू जी का खालसा, वाहिगुरू जी की फतेह। सब तो पहला मैं हजूरी लागी जथा का बहुत बहुत धन्यवाद करता है जिन्होंने विरागमय कीर्तन द्वारा सानू मौत को जानू करवाया है। धन्यवाद इस करके भी करता है क्योंकि ये जथा जोड़ा है श्री दरबार साहिब अमृतसर तो आया है
ਧੰਨਵਾਦ ਇਸ ਕਰਕੇ ਵੀ ਹੈ ਕਿ ਇਹ ਜਥਾ ਜਿਹੜਾ ਗੁਰੂ ਰਾਮਦਾਸ ਜੀ ਦੇ ਚਰਨਾਂ ਤੋਂ ਆਇਆ ਹੈ। ਸਾਡਾ ਸਿਰ ਝੁਕਦਾ ਇਸ ਜਥੇ ਦੇ ਅੱਗੇ। ਸੋ ਬਹੁਤ ਬਹੁਤ ਧੰਨਵਾਦ ਪਰਿਵਾਰ ਵੱਲੋਂ ਵੀ ਇਸ ਜਥੇ ਦਾ ਬਹੁਤ ਬਹੁਤ ਧੰਨਵਾਦ। ਸੋ ਮੈਂ ਜ਼ਿਆਦਾ ਸਮਾਂ ਨਾ ਲਵਾਂ ਕਿਉਂਕਿ ਤੁਸੀਂ ਬੜੇ ਲੰਬੇ ਸਮੇਂ ਤੋਂ ਬੈਠੇ ਹੋ, ਕਾਫੀ ਚਿਰ ਤੋਂ ਤੁਸੀਂ ਇੱਥੇ ਹਾਜ਼ਰੀ ਭਰੀ ਹੈ, ਟਾਈਮ ਵੀ ਕਾਫੀ ਹੋ ਚੁੱਕਾ। 2-3 ਬੁਲਾਰੇ ਨੇ ਪਰਿਵਾਰ ਵੱਲੋਂ ਹੁਕਮ ਹੋਇਆ ਕਿ ਇਹਨਾਂ ਪਰਿਵਾਰਾਂ ਨੂੰ ਜਿਹੜਾ ਬੁਲਾਰਿਆਂ ਨੂੰ ਟਾਈਮ ਦਿੱਤਾ ਜਾਏ। ਸੋ ਅੱਜ ਅਸੀਂ ਕੈਪਟਨ ਗੁਰਨਾਮ ਸਿੰਘ ਜੀ ਦੀ ਅੰਤਮ ਅਰਦਾਸ 'ਚ ਅਸੀਂ ਸਾਰਿਆਂ ਨੇ ਹਾਜ਼ਰੀ ਲਗਾਈ ਹੈ। ਮੌਤ ਇੱਕ ਅਟੱਲ ਸੱਚਾਈ ਹੈ ਕਿਉਂਕਿ ਇਹ ਪਤਾ ਨਹੀਂ ਕਿਹੜੇ ਵੇਲੇ ਕਿਸੇ ਦੇ ਟਾਈਮ ਤੇ ਕਿਹੜੇ ਵੇਲੇ ਕਿਸੇ ਤੇ ਆ ਜਾਣੀ ਹੈ। ਆ ਜਿਹੜੀਆਂ ਅਸੀਂ ਦਰਿਆ ਤੇ ਬੈਠੇ ਆ ਨਾ, ਇਹਨਾਂ ਦਰਿਆ ਤੋਂ ਉੱਠਣ ਤੋਂ ਬਾਅਦ ਪਤਾ ਨਹੀਂ ਕਿਹਦੀ ਵਾਰੀ ਜਿਹੜੀ ਹੈ ਉਹ ਪਹਿਲਾਂ ਆ ਜਾਣੀ ਹੈ। ਜੇ ਪਤਾ ਤੇ ਉਹ ਮੇਰੇ ਪਰਮਾਤਮਾ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਨੂੰ ਪਤਾ ਹੈ ਕਿ ਕਿਹਦੀ ਵਾਰੀ ਸਾਡੇ ਵਿੱਚੋਂ ਪਹਿਲਾਂ ਆ ਜਾਣੀ ਹੈ। ਕੈਪਟਨ ਗੁਰਨਾਮ ਸਿੰਘ ਜੀ ਬਾਰੇ ਦੱਸਣ ਤੋਂ ਪਹਿਲਾਂ ਕਿਉਂਕਿ ਬਹੁਤ ਹੀ ਵਧੀਆ ਇਹਨਾਂ ਦਾ ਜਿਹੜਾ ਸਰੀਰ ਸੀਗਾ, ਪਹਿਲਾਂ ਇਹ ਫੌਜ ਦੇ ਵਿੱਚ ਜਦੋਂ ਸਰਵਿਸ ਕਰਕੇ ਆਏ ਸੀਗੇ ਅਸੀਂ ਇਹਨਾਂ ਨੂੰ ਦੇਖਿਆ ਹੈ ਕਿ ਬਿਲਕੁਲ ਜਿੰਨਾ ਚਿਰ ਇੱਥੇ ਰਹੇ ਨੇ ਉਹਨਾਂ ਨੇ ਵਧੀਆ ਜਿਹੜੀ ਆਪਣੀ ਜ਼ਿੰਦਗੀ ਹੈ ਜਿਹੜੀ ਹੈ ਉਹ ਆਪਣੀ ਗੁਜ਼ਾਰੀ ਹੈ। ਜਦੋਂ ਇਹਨਾਂ ਨੂੰ ਅਟੈਕ ਹੋਇਆ ਹੈ, ਕਾਫੀ ਲੰਬੇ ਸਮੇਂ ਤੋਂ ਇਹ ਬਿਮਾਰ ਚੱਲੇ ਆ ਰਹੇ ਸੀਗੇ, ਬੜਾ ਜ਼ਬਰਦਸਤ ਜਿਹੜਾ ਇਹਨਾਂ ਨੂੰ ਅਟੈਕ ਹੋਇਆ ਹੈ। ਪਰ ਇਸ ਪਰਿਵਾਰ ਨੇ ਜਿੰਨੀ ਸੇਵਾ ਕੈਪਟਨ ਗੁਰਨਾਮ ਸਿੰਘ ਜੀ ਦੀ ਕੀਤੀ ਹੈ ਉਹ ਸੇਵਾ ਤੋਂ ਪਤਾ ਚੱਲਦਾ ਹੈ। ਜਿਹੜਾ ਇੰਨਾ ਸਮਾਂ ਲੰਮਾ ਸਮਾਂ ਜਿਹੜਾ ਉਹ ਗੁਜ਼ਾਰ ਕੇ ਗਏ ਨੇ, ਜਦੋਂ ਬਿਮਾਰ ਹੋ ਗਏ ਸੀਗੇ, ਅਟੈਕ ਹੋਇਆ ਸੀਗਾ, ਤੇ ਇਹ ਪਰਿਵਾਰ ਦੀ ਦੇਣ ਹੈ ਕਿਉਂਕਿ ਬੜਾ ਲੰਮਾ ਸਮਾਂ ਉਹਨਾਂ ਨੇ ਸੰਘਰਸ਼ ਘਾਲਿਆ। ਇੱਕ ਇਸ ਪਰਿਵਾਰ ਦੇ ਵਿੱਚ ਬੜਾ ਦਰਦਨਾਕ ਹਾਦਸਾ ਵਾਪਰਿਆ ਸੀਗਾ ਭਾਈ ਸੁਖਚੈਨ ਸਿੰਘ ਜੀ ਹੋਣਾ ਦੇ, ਕਿਉਂਕਿ ਉਹ ਦਰਦਨਾਕ ਹਾਦਸੇ ਨੇ ਪਰਿਵਾਰ ਨੂੰ ਤੇ ਹਿਲਾ ਕੇ ਰੱਖ ਦਿੱਤਾ ਹੈ, ਪਰ ਇਸ ਨਗਰ ਨੂੰ ਵੀ ਬੜਾ ਝੰਜੋੜ ਕੇ ਰੱਖਿਆ ਸੀਗਾ। ਏਡਾ ਵਧੀਆ ਸਾਡਾ ਨੌਜਵਾਨ, ਸਾਡਾ ਵੀਰ, ਬੜਾ ਹਸਮੁਖ ਸੁਭਾਅ ਵਾਲਾ, ਜਦੋਂ ਇਸ ਵੀਰ ਦੇ ਉੱਤੇ ਵੀ ਇਹ ਹਾਦਸਾ ਵਾਪਰਿਆ ਸੀਗਾ ਤੇ ਪਰਿਵਾਰ ਵੀ ਜਿਹੜਾ ਸੀਗਾ ਇੱਕ ਵਾਰੀ ਘਬਰਾ ਗਿਆ ਸੀਗਾ। ਪਰ ਮੈਂ ਧੰਨਵਾਦ ਕਰਦਾ ਇਸ ਨਗਰ ਦਾ ਜਿਨ੍ਹਾਂ ਨੇ ਬੜੀਆਂ ਅਰਦਾਸਾਂ ਬੇਨਤੀਆਂ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਕੀਤੀਆਂ ਤੇ ਇਸ ਸੁਖਚੈਨ ਸਿੰਘ ਜੀ ਹੋਣਾ ਤੇ ਮਿਹਰ ਭਰਿਆ ਹੱਥ ਰੱਖਿਆ ਤੇ ਬੜੀ ਵਧੀਆ ਜਿਹੜਾ ਉਹ ਸਿਹਤ ਹੈ ਉਹਨਾਂ ਦੀ, ਉਹ ਹੁਣ ਸਾਡੇ ਵਿੱਚ ਵੀ ਬੈਠੇ ਨੇ। ਤੇ ਜਦੋਂ ਇਹ ਦਰਦਨਾਕ ਹਾਦਸਾ ਵਾਪਰਿਆ ਤੇ ਜਦੋਂ ਇਹ ਹਸਪਤਾਲ ਬਜੂਵਰ ਸਾਹਿਬ ਦਾਖਲ ਸੀਗੇ ਨਾ, ਤੇ ਅਸੀਂ ਇਹਨਾਂ ਦਾ ਪਤਾ ਲੈਣ ਗਏ ਤੇ ਉਦੋਂ ਕੈਪਟਨ ਗੁਰਨਾਮ ਸਿੰਘ ਜੀ ਹੋਣਾ ਦੀ ਸਿਹਤ ਬੜੀ ਵਧੀਆ ਸੀਗੀ, ਬਹੁਤ ਵਧੀਆ ਸੀਗੀ। ਤੇ ਜਦੋਂ ਇਹ ਹਸਪਤਾਲ ਪਹੁੰਚੇ ਤੇ ਪਹਿਲਾਂ ਵਾਰ-ਵਾਰ ਕੈਪਟਨ ਗੁਰਨਾਮ ਸਿੰਘ ਜੀ ਬੈਠੇ ਸੀਗੇ ਤੇ ਜਦੋਂ ਸਾਨੂੰ ਵੇਖਿਆ ਤੇ ਅੱਖਾਂ 'ਚ ਅੱਥਰੂ ਆ ਗਏ ਤੇ ਅਸੀਂ ਉਹਨਾਂ ਨੂੰ ਪੁੱਛਿਆ ਕਿ ਕੀ ਹਾਲ ਹੈ ਸੁਖਚੈਨ ਸਿੰਘ ਜੀ ਦਾ, ਤੇ ਰੋਣ ਲੱਗ ਪਏ। ਕਹਿੰਦੇ ਆਪ ਹੀ ਅੰਦਰ ਜਾ ਕੇ ਦੇਖ ਲਿਆ, ਲੰਮੇ ਪਿਆ, ਉਹਨੂੰ ਤਾਂ ਪਤਾ ਕੋਈ ਨਹੀਂ ਗਾ ਕਿੱਥੇ ਪਿਆ, ਪਤਾ ਨਹੀਂ ਪਰਮਾਤਮਾ ਦਾ ਹੋਣਾ। ਅਸੀਂ ਜਾ ਕੇ ਵੇਖਿਆ ਸੁਖਚੈਨ ਸਿੰਘ ਨੂੰ ਬਿਲਕੁਲ ਨਹੀਂ ਸੀਗਾ ਪਤਾ ਕਿ ਮੈਂ ਕਿੱਥੇ ਆਇਆ। ਏਦਾਂ ਦਾ ਇਹਦਾ ਹਾਦਸਾ ਸੀਗਾ, ਸਾਰਾ ਸਰੀਰ ਜਿਹੜਾ ਸੀਗਾ ਇੱਕ ਵਾਰੀ ਟੁੱਟ ਗਿਆ ਸੀਗਾ ਜਿਸ ਤਰ੍ਹਾਂ। ਉਹ ਪਤਾ ਨਹੀਂ ਕਿੱਦਾਂ ਪਰਮਾਤਮਾ ਦੀ ਕਿਰਪਾ ਹੋਈ, ਇਹ ਨੌਜਵਾਨ ਸਾਡਾ ਵੀਰ ਜਿਹੜਾ ਵਾ ਪਰਮਾਤਮਾ ਦੀ ਮਿਹਰ ਦੇਣ ਹੈ, ਜਿਹੜਾ ਪਰਮਾਤਮਾ ਨੇ ਫਿਰ ਇਹਨੂੰ ਦੁਬਾਰਾ ਜਨਮ ਦਿੱਤਾ ਹੈ ਤੇ ਅੱਜ ਸਾਡੇ ਵਿੱਚ ਬਿਰਾਜਮਾਨ ਹੈ। ਸਾਡੇ ਵੇਖੋ ਇਹ ਵੀਰ ਵੀ ਬੜਾ ਵਧੀਆ ਸਾਡੇ ਨਾਲ, ਕਿਉਂਕਿ ਸਾਡੀ ਉਮਰ ਦਾ ਅਸੀਂ ਇਕੱਠੇ ਖੇਡਦੇ ਰਹੇ ਤੇ ਇਹ ਵੀਰ ਸਾਡਾ ਪਹਿਲਾਂ 에ਅਰ ਫੋਰਸ ਦੇ ਵਿੱਚ ਸਰਵਿਸ ਕਰਕੇ ਆਇਆ। ਉਸ ਤੋਂ ਬਾਅਦ ਫੂਡ ਸਪਲਾਈ ਮਹਿਕਮੇ ਦੇ ਵਿੱਚ ਬਤੌਰ ਇੰਸਪੈਕਟਰ ਭਰਤੀ ਹੋਇਆ ਸੀਗਾ। ਉਸ ਤੋਂ ਬਾਅਦ ਹੁਣ ਸਾਡੇ ਜ਼ਿਲ੍ਹੇ ਦੀ ਆਨ ਤੇ ਸ਼ਾਨ ਹੈ, ਖੇਡ ਅਫਸਰ ਹੈ, ਬੜੀ ਵੱਡੀ ਗੱਲ ਹੈ। ਤੇ ਇਹ ਸਾਡੇ ਜ਼ਿਲ੍ਹੇ ਦੇ ਵਿੱਚ ਆਪਣੀ ਜਿਹੜੀ ਹੈ ਡਿਊਟੀ ਨਿਭਾ ਰਿਹਾ ਹੈ। ਪਰਮਾਤਮਾ ਨੇ ਕਿਰਪਾ ਕੀਤੀ ਹੈ, ਜਿਸ ਬਾਪ ਨੇ ਆਪਣੇ ਬੇਟੇ ਦੀ ਇੰਨੀ ਸੇਵਾ ਕੀਤੀ ਹੈ ਨਾ, ਤੇ ਇਹਨਾਂ ਬੇਟਿਆਂ ਨੇ ਵੀ ਆਪਣੇ ਬਾਪ ਦੀ ਤਨੋਂ ਮਨੋਂ ਸੇਵਾ ਕੀਤੀ ਹੈ। ਇਹਨਾਂ ਬੇਟਿਆਂ ਦੇ ਨਾਲ ਨਾਲ ਸਾਡੀਆਂ ਦੋਨੋਂ ਭੈਣਾਂ ਨੇ ਵੀ ਦਿਨ ਰਾਤ ਇੱਕ ਕਰ ਦਿੱਤੀ ਹੈ।
बड़ी तगड़ी सेवा की है। इन्हां दी सेवा के बदौलत ही कैप्टन गुरनाम सिंह इन्ना लंबा समा जिहड़ा वा वो साडे विच विचर के गए ने। सो मैं ज्यादा समा ना लवां क्योंकि बुलारे 2-3 ने जिन्होंने मैं टाइम देवांगा। सब तो पहला मैं बेनती करांगा मास्टर उपकार सिंह जी होरां नूं कि वो 2 मिनट आण के ते कैप्टन गुरनाम सिंह जी होरां नूं श्रद्धा दे फुल भेंट करन। मास्टर उपकार सिंह अज मिशरी रूप में श्रद्धा के फुल भेंट करने वास्ते इकट्ठे हुए परिवार मैं मंच के आधार पर ही स्नेही फतेह बजाऊं। आप वाहिगुरू जी का खालसा वाहिगुरू जी की फतेह। जो भी परिवार के विचों कोई मनुष्य चला जाता तो परिवार को नहीं समाज में भी घाटे वाली गल होती है। तो परिवार को तो भी घाट जी सदा रखती रहती है। मैं समझदा ये ठीक है, गुरबाणी ने सच कहा मौत एक टल सजाई है। जो भी दुनिया के जीव आया चाहे वो पंछी है, चाहे पशु है, चाहे मनुखी जीव है, उन्होंने इस दुनिया को जाना पिया। मैं सरदार अपने कैप्टन सरदार गुरनाम सिंह बारे गल करना क्योंकि इन्होंने परिवार का साडा जिहड़ा सरदार सुखचैन सिंह है साडे वो कट्ठे साडा स्कूल साडी कट्ठी रही है। ये परिवार एक जिथे इन्होंने देश की सेवा की और उसके नाल सब तो वड्डी गल है उन्होंने जिहड़ा वा अपने बच्चों को बड़ी एजुकेशन दी। अज उन्होंने बच्चे जिहड़े ने बड़े वधिया थां ते सैट ने। जिवें साडे प्रधान जी ने दस्सिया कि अज वो वख-वख महकमे सर्विस करके अज खेड अफसर आ। ये बड़ी माण वाली गल आ। बाकी रागी सिंह हुणी विचारा करके गए आ ज्ञानी मस्कीन जी दियां। मैं ज्ञानी मस्कीन जी की विचार तुहाडे नाल साझी करना चाहुंदा कि जिहड़ा मनुष्य आ वो इस दुनिया में जो आउंदा ना तो वह सिर्फ 2 ही काम करता। एक जां वो धन कमाउंदा जां एक धर्म कमाउंदा। ते जदों वो धन उहदे कोल बहुत ज्यादा हो जाता ना जिहड़े मनुष्य धन कमाउंदे आ तो वो समाज दे विच फिर वो सही तरह विचरदे नहीं। वो अपने उन्हें हंकार आ जाता। ते जिहड़े धर्म कमाउंदे आ वो बड़े नरम हो जाते आ। वो हर समाज के नाल चल के चलते आ। ते मैं समझदा भी सरदार कैप्टन अमरिंदर सिंह अपने गुरनाम सिंह होनी वो जो वो दुनिया तो गए ने जिन्हें भी परमात्मा ने उन्होंने वायु बख्शी आ वो इतों धर्म कमा के गए ने। मैं इन्हां कोल कहता होया अपने वालों ते अपनी जथेबंदी वालों उन्होंने शब्दां दे फुल भेंट करदा। इन्हां ने कहता है फतेह बजाउंदा वाहिगुरू जी का खालसा वाहिगुरू जी की फतेह। बहुत ने पर टाइम भी काफी हो चुका। मैं सारे बुलारे को मैं माफी मांगना। साडे जो मौजूदा सरपंच बैठे ने सरदार हरजिंदर सिंह जी, साबका सरपंच जहदार बूटा सिंह जी, सरदार निशान सिंह जी, सरदार अमरीक सिंह जी, साबका चेयरमैन जिला परिषद भी बैठे ने, डॉक्टर मकबूल सिंह जी कालू साहब बैठे ने, प्रिंसीपल गुरविंदरपाल सिंह जी बैठे ने, बहुत सारे पतवंते सज्जन बैठे ने। सरदार मनदीप सिंह जी सरपंच भी ने नाले मौजूदा वाइस चेयरमैन ने ब्लॉक समिति ने। सो सारे को मैं माफी मांगदा। मकविंदर सिंह जी खालसा साहब पिछे बैठे ने ते सरदार बलबीर सिंह जी कले कले का भी मैं ना लवां तो बड़ा टाइम लगेगा। सो मैं सारे को गुरु महाराज की हजूरी च हथ जोड़ के मैं माफी मांगदा। मन्याल तो सरदार बलजिंदर सिंह जी बैठे ने जिन्हां दा श्री गुरु हरकृष्ण पब्लिक स्कूल जिहड़ा इलाके दे विच जिन्हां दा ते स्कूल का नाम नाले रोशन होए ने। इन्हां ने तारागढ़ के लागे भी बड़ा वधिया एक स्कूल खोलिया, वो भी इत्थे पहुंचे ने। मैं सारे को हाथ जोड़ के मैं माफी मंगदा। हुण मैं बेनती करांगा साडे बहुत ही सत्कारयोग जथेदार सज्जन सिंह जी बज्जूमन साहब उन्हां दे होनहार सुपुत्र जथेदार बलजिंदर सिंह जी बज्जूमन साहब उन्होंने मैं बेनती करांगा कि आन के परिवार च अपनी हाजिरी लवाओ। सरदार बलजिंदर सिंह जी बज्जूमन साहब। गुरु ग्रंथ साहिब सासम जी वाहिगुरू जी का खालसा वाहिगुरू जी की फतेह। गुरु ग्रंथ साहिब जी ने पढ़ाए कंधे आवे मानता सदे विवेक जाए। साडे अंकल सरदार गुरनाम सिंह जी आज स्वासा की पूंजी पूरी करके कुछ दिन पहला ये फानी संसार में अलविदा कह गए। मैं उधर भी आया सरकार थे
मतलब चंगे इंसान जिहड़े आ उन्हां दे कीते काम दा पता बात लगता है जिसे जिसे चलो साडे कोल बड़ा चंगा होई होंदा पर उधर मैं देखा घर तो लैके मरिया तक इन्नी शक्ति दी दुनिया पर जे समाज विचरते तां लोकां दे कट दे रहे नहीं तो थोड़े निकल जाने दे पर पता नहीं बड़ा वो खाली जब मारे सरदार सुखचैन सिंह सरदार जोत सिंह इन्हां दोवां भरावां ने बड़ी सेवा की मैं मैनूं आप सुणाऊं पर बड़ा चंगा बना रहा और जे अज इन्हां सेवा की अपने बाप की इन्हां ने वेख के साडा पिंड भी वेखो कोई सेवा करके अपने मां पिओ ते मेरे इन्हां दे बच्चे ने भी नहीं रखे पर एक दूसरे देख के जे अपने मां पिओ की सेवा नहीं करते तो साडे बच्चे भी वेखण दे साडा वो की करते उन्हें साडा क्या करना ये करके मेरे साथ जोड़ के वो मेरे साथ जो बेनती करेंगे अपना मां पिओ नहीं के मिलता ये जो जाता घर वो जरा खिलाफ वो पूरा नहीं होता ये आदमी के ब्याह के बाद मेरे भी मां पिओ और सियाने बंदे ने कोई फ्रूट पकदा ना भावे कोई फ्रूट नहीं है वो मिठा होता तो जो मां पिओ फ्रूट है ना ये जो मतलब पकदा है कौड़ा ये सानू चंगी गल कहेंगे सानू कौड़ी लगनी है पर उन्होंने बड़ी चंगी लगी उन्होंने पढ़ाई बच्चे हैं भावे बड़े हो जाने अभी उन्होंने छोटे होंगे ये करके मैं सरदार के नाम से बना अपने वालों श्रोमणी अकाली दल वालों श्रद्धा से पुरपे करता परिवार में भाड़ा मरन का बल बख्शे वाहिगुरू गुरु साहब ने पुत्र होते वाहिगुरू जी का खालसा वाहिगुरू मैं बेनती करांगा कि आईया हुई संगतां दा बाबा अवतार सिंह जी साडे नगर के साबका सरपंच भी ने गुरु घर के वजीर भी है उन्होंने मैं बेनती करांगा कि आईया हुई संगतां दा धन्नवाद कर बाबा अवतार सिंह श्री गुरु ग्रंथ साहिब जी ने चलना दिता जो साडे बहुत सत्कारयोग कैप्टन गुरनाम सिंह जी उन्होंने अंतिम अरदास विच सज्जन मित्र रिश्तेदार जिहड़े दिहाड़ी भाटे ने सारियां दा कल परिवार वालों कैप्टन गुरनाम सिंह जी नंबरदार के परिवार विचों नंबरदार सरदार चलना सिंह जी उन्होंने सभी परिवार वालों भाई सुखचैन सिंह जी वालों पांच संगतां दा सज्जनां मित्रां दा रिश्तेदारां दा धन्नवाद को बेनती है कि मर्यादा अनुसार जी मुख्तार जी रस्मां दा होईयां भाई सुखचैन सिंह जी महाराज जी चलना विचार सोचे दरकार रखना किसी ने भी कोई पैसा देने की कृपालता नहीं करनी गुरु का लंगरिया सेवा प्रवान दिया अन्य संगतां में बेनती सारे ने लंगर प्रसाद को जाने